ਕਈ ਧਰਮਾਂ ਦੇ ਵਿੱਚ ਕਰਮ ਫਿਲਾਸਫੀ ਆ ਕਿ ਤੁਸੀਂ ਮਾੜੀ ਚੀਜ਼ਾਂ ਕਰੋ ਤੁਹਾਨੂੰ ਕੁਛ ਮਾੜਾ ਹੋਣਾ ਹੈ, ਤੁਸੀਂ ਚੰਗੀ ਚੀਜ਼ਾਂ ਕਰੋ ਕੁਛ ਚੰਗਾ ਹੋਣਾ ਆ। ਜੇ ਤੁਸੀਂ ਕੁਛ ਗਲਤ ਕੀਤਾ ਤੁਹਾਡੇ ਲਈ ਕੋਈ ਆਸ ਹੈਗਾ ਕਿ ਤੁਸੀਂ ਬਦਲ ਸਕਦੇ ਆ? ਇਹ ਜੋ ਗੁਰੂ ਨਾਨਕ ਦੇਵ ਜੀ ਦਾ ਰਸਤਾ ਹੈ, ਅਸਲ ਮਾਰਗ ਆ ਪਰਮੇਸ਼ਰ ਦੇ ਪਰਮਾਤਮਾ ਦੇ ਮਿਲਾਪ ਦਾ ਮਾਰਗ। ਅਤੇ ਜਦੋਂ ਮਨ ਇਸ ਸੰਸਾਰ ਦੇ ਵਿੱਚ ਵਿਚਰਦਾ ਵਾ, ਅਤੇ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਜਦੋਂ ਮਨ ਇਹਨਾਂ ਪੰਜਾਂ ਦੇ ਵੱਸ ਹੋ ਜਾਂਦਾ ਵਾ ਨਾ, ਅਤੇ ਬਾਣੀ 'ਚ ਕਹਿੰਦੇ ਮਨ ਵਸ ਦੂਤਾਂ ਦੁਰਮਤ ਦੋਏ, ਉਹ ਭੈੜੀ ਮੱਤ ਦਾ ਸ਼ਿਕਾਰ ਹੋ ਜਾਂਦਾ। ਭੈੜੀ ਮੱਤ ਦਾ ਭਾਵ ਕੀ ਆ? ਉਹ ਪੰਜ ਦੂਤ ਉਹਦੀਆਂ ਅੱਖਾਂ ਦੇ ਉੱਪਰ, ਉਹਦੇ ਕੰਨਾਂ ਦੇ ਉੱਪਰ, ਉਹਦੀਆਂ ਰਸਨਾਂ ਦੇ ਉੱਪਰ ਕਬਜ਼ਾ ਕਰ ਲੈਂਦੇ ਆ, ਜਾਲ ਪਾ ਲੈਂਦੇ ਆ। ਕਾਲ ਜਾਲ ਜੇਬਾ ਔਰ ਨੈਣੀ ਕੰਨੀ ਕਾਲ ਸੁਣੇ ਬਿਖ ਬੈਣੀ। ਉਹ ਜਾਲ ਪਾ ਕੇ ਅਤੇ ਪੰਜੇ ਉਹਨੂੰ ਵੱਸ ਕਰ ਲੈਂਦੇ ਉਹਦੀਆਂ ਅੱਖਾਂ ਨੂੰ। ਅੱਖਾਂ ਤੋਂ ਇਹੋ ਜਿਹੇ ਕੰਮ ਕਰਾ ਦਿੰਦੇ ਆ, ਕੰਨਾਂ ਤੋਂ ਇਹੋ ਜਿਹੀ ਭਾਸ਼ਾ ਸੁਣਾ ਦਿੰਦੇ ਆ, ਰਸਨਾਂ ਤੋਂ ਇਹੋ ਜਿਹੇ ਬਚਨ ਬੁਲਾ ਦਿੰਦੇ ਆ, ਅਤੇ ਜਿਹੜਾ ਹੌਲੀ ਹੌਲੀ ਉਹਦਾ ਜਿਹੜੇ ਆ ਉਹ ਕਰਮ ਬਣਨਾ ਸ਼ੁਰੂ ਹੋ ਜਾਂਦਾ। ਪਰ ਮਹਾਰਾਜ ਦੱਸਦੇ ਆ ਵੀ ਇਸ ਅਵਸਥਾ ਚਲਦਿਆਂ ਜੇ ਕਿਤੇ ਮਾਲਕ ਕਿਰਪਾ ਕਰਦਾ ਅਤੇ ਸਤ ਸੰਗਤ ਮਿਲਦੀ ਹੈ। ਜੇ ਉਹ ਜੀਵ ਸਤ ਸੰਗਤ ਵਿੱਚ ਆ ਜਾਂਦਾ, ਮਨਸਾ ਧਾਰ ਜੇ ਘਰ 'ਤੇ ਆਵੇ, ਸਾਧ ਸੰਗ ਜਨ ਮਰਨ ਪਟਾਵੇ। ਜੇ ਉਹ ਸਤ ਸੰਗਤ ਵਿੱਚ ਆ ਜਾਂਦਾ, ਜਿਸ ਸੰਗਤ ਦੇ ਵਿੱਚ ਨਾਮ ਜਪਿਆ ਜਾਂਦਾ, ਜਿੱਥੇ ਨਾਮ ਦਾ ਵਖਿਆਨ ਕੀਤਾ ਜਾਂਦਾ, ਜਿੱਥੇ ਨਾਮ ਦ੍ਰਿੜ ਹੁੰਦਾ। ਕਿਉਂਕਿ ਸਤ ਸੰਗਤ ਦੀ ਡੈਫੀਨੇਸ਼ਨ ਆ, ਸਤ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਵਖਾਣੀਏ। ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀ ਅਬਜਾਏ ਜਿਉ। ਜਿੱਥੇ ਉਹ ਨਾਮ ਜਪਿਆ ਜਾਂਦਾ, ਜਿੱਥੇ ਗੁਰਮੁਖ ਜਨ ਸੰਤ ਜਨ ਨਾਮ ਜਪਾ ਰਹੇ ਆ, ਉਸ ਸੰਗਤ ਦੇ ਵਿੱਚ ਆ ਕੇ ਜਦੋਂ ਉਹ ਮਨ ਬੈਠਦਾ, ਸੰਗਤ ਵਿੱਚ ਜੀਵ ਆਉਂਦਾ ਅਤੇ ਆ ਕੇ ਨਾਮ ਜਪਦਾ, ਉਹ ਸੰਗਤ ਵਿੱਚ ਮਾਲਕ ਆਪ ਵਸ ਰਿਹਾ ਹੁੰਦਾ। ਮਰਗ ਦੇ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਅਤੇ ਜਦੋਂ ਮਾਲਕ ਸੰਗਤ ਦੇ ਵਿੱਚ ਆਪ ਵਸ ਰਿਹਾ ਹੁੰਦਾ ਅਤੇ ਦੇਖਦਾ ਇਹ ਜੀਵ ਜਿਹਨੇ ਇੰਨੇ ਗਲਤ ਕੰਮ ਕੀਤੇ ਆ, ਪਾਪ ਕੀਤੇ ਆ, ਉਹ ਆ ਕੇ ਸੰਗਤ ਵਿੱਚ ਨਾਮ ਜਪ ਰਿਹਾ, ਅਤੇ ਪਰਮੇਸ਼ਰ ਪਰਮਾਤਮਾ ਖੁਸ਼ ਹੁੰਦਾ ਪ੍ਰਕਾਸ਼ ਰੂਪ, ਅਤੇ ਖੁਸ਼ ਹੋ ਕੇ ਉਹਦੇ ਜਿਹੜੇ ਪਿਛਲੇ ਅਵਗੁਣ ਕੀਤੇ ਹੁੰਦੇ ਨੇ, ਪਾਪ ਕੀਤੇ ਹੁੰਦੇ ਨੇ, ਉਹ ਬਖਸ਼ ਦਿੰਦਾ। ਅਤੇ ਬਾਣੀ 'ਚ ਕਹਿੰਦੇ ਪਿਛਲੇ ਅਵਗੁਣ ਬਖਸ਼ ਪ੍ਰਭ ਆਗੇ ਮਾਰਗ ਪਾਵੇ। ਜਿਸ ਤਰ੍ਹਾਂ ਇੱਕ ਉਦਾਹਰਨ ਆ, ਇੱਕ ਆਪਣੇ ਇਲਾਕੇ ਦੇ ਵਿੱਚ ਇੱਕ ਔਰਤ ਹੋਈ ਆ, ਉਹਦਾ ਨਾਂ ਗਨਕਾ। ਅਤੇ ਗਨਕਾ ਦੇ ਕੋਲੋਂ ਬਹੁਤ ਇਹੋ ਜਿਹੇ ਕੰਮ ਗਲਤ ਹੋ ਗਏ ਜੋ ਕਿ ਸਮਾਜ ਦੇ ਵਿੱਚ ਅੱਛੇ ਨਹੀਂ। ਕੋਈ ਸਾਧੂ ਗੁਰਮੁਖ ਮਿਲੇ, ਉਹਨਾਂ ਨੇ ਆਪਣਾ ਤੋਤਾ ਐਜ਼ ਅ ਪੈਰਟ ਉਹਨੂੰ ਦੇ ਦਿੱਤਾ, ਅਤੇ ਉਹ ਤੋਤਾ ਰਾਮ ਰਾਮ ਬੋਲਦਾ ਸੀ। ਉਹਦੇ ਵੱਲ ਦੇਖ ਕੇ ਉਹਨੂੰ ਵੀ ਛਿਟਕ ਲੱਗ ਗਈ, ਉਹ ਗਨਕਾ ਵੀ ਰਾਮ ਰਾਮ ਬੋਲਣ ਲੱਗ ਪਈ। ਉਹ ਤੋਤੇ ਦੀ ਸੰਗਤ ਵਿੱਚੋਂ ਐਸਾ ਉਹਨੂੰ ਰਾਮ ਦਾ ਰੰਗ ਚੜ੍ਹਿਆ, ਪਰਮੇਸ਼ਰ ਨੇ ਉਹਦੇ ਅਵਗੁਣ ਸਾਰੇ ਬਖਸ਼ ਦਿੱਤੇ। ਅਤੇ ਗੁਰਬਾਣੀ ਵਿੱਚ ਪਾਤਸ਼ਾਹ ਨੇ ਦਰਜ ਕੀਤਾ, ਆਉਂਦੇ ਸੰਗਤ ਕਾ ਗੁਣ ਬਹੁ ਅਧਿਕਾਈ, ਪੜ੍ਹ ਸੂਆ ਗਣਕ ਉਧਾਰੇ। ਸੂਆ ਤੋਤਾ, ਤੋਤੇ ਦੀ ਸੰਗਤ ਕਰਕੇ ਗਣਕਾ ਜਿਹੜੀ ਸੀ ਉਧਰ ਗਈ। ਇਸ ਵਾਸਤੇ ਸੰਗਤ ਦਾ ਗੁਣ ਬਹੁਤ ਵੱਡਾ ਵਾ। ਜਦੋਂ ਅਸੀਂ ਸੰਗਤ ਵਿੱਚ ਆਉਂਦੇ ਹਾਂ ਅਤੇ ਸੰਗਤ ਵਿੱਚ ਆ ਕੇ ਕਿੱਡੇ ਤੋਂ ਕਿੱਡਾ ਪਾਪ ਵੀ ਕੀਤਾ ਹੋਵੇ, ਜਦੋਂ ਅਸੀਂ ਸਿਮਰਨ ਕਰਦੇ ਹਾਂ ਅਤੇ ਮਾਲਕ ਬਖਸ਼ ਦਿੰਦਾ। ਅਤੇ ਬਾਣੀ 'ਚ ਫਰਮਾਉਂਦੇ ਆ, ਮੁਕਤ ਭੈ ਮਿਲ ਸਾਧ ਸੰਗਤ, ਤਿਨ ਕੇ ਅਵਗੁਣ ਸਭ ਪਰ ਹਰਿਆ, ਤਿਨ ਕੋ ਦੇਖ ਪੈ ਹੈ ਕਿਰਪਾਲਾ, ਤਿਨ ਭਵ ਸਾਗਰ ਤਰਿਆ। ਉਹ ਪਿਛਲੇ ਅਵਗੁਣ ਬਖਸ਼ ਦਿੰਦਾ ਅਤੇ ਫਿਰ ਰਸਤਾ ਦੱਸਦਾ। ਜਿਸ ਤਰ੍ਹਾਂ ਇੱਕ ਮਾਤਾ ਅਤੇ ਬੱਚਾ ਉਹਦਾ ਭਾਵੇਂ ਕਿੰਨੀਆਂ ਗਲਤੀਆਂ ਕਰੇ, ਅਤੇ ਜਦੋਂ ਬੱਚਾ ਮਾਤਾ ਦੇ ਆਣ ਕੇ ਗਲੇ ਨਾਲ ਮਿਲਦਾ, ਹਾਂਜੀ, ਉਹਦੇ ਗੋਡੀਆਂ ਹੱਥ ਲਾਉਂਦਾ, ਅਤੇ ਮਾਂ ਸਾਰੀਆਂ ਗਲਤੀਆਂ ਮਾਫ ਕਰ ਦਿੰਦੀ ਹੈ। ਆਉਂਦੇ ਨੇ ਗੁਰਬਾਣੀ 'ਚ ਫਰਮਾਉਂਦੇ ਨੇ, ਜੈਸੇ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ, ਉਪਦੇਸ਼ ਕਰੇ ਝਿੜਕੇ ਬਹੁ ਭਾਤੀ, ਬਹੁੜ ਪਿਤਾ ਗੱਲ ਆਵੇ। ਉਸਾ ਫਿਰ ਮਾਤਾ ਪਿਤਾ ਬੱਚੇ ਨੂੰ ਗੱਲ ਨਾਲ ਲਾ ਲੈਂਦੇ ਆ, ਹਾਂਜੀ। ਅਤੇ ਇਸੇ ਤਰ੍ਹਾਂ ਜਦੋਂ ਸੰਗਤ ਵਿੱਚ ਆਉਂਦੇ, ਪਰਮਾਤਮਾ ਪਿਛਲੇ ਅਵਗੁਣ ਬਖਸ਼ ਦਿੰਦਾ ਆ, ਅਤੇ ਫਿਰ ਮਨ ਨੂੰ ਉਪਦੇਸ਼ ਬਖਸ਼ਿਸ਼ ਕਰਦਾ ਵੀ ਅੱਜ ਤੋਂ ਤੂੰ ਲਿਵ ਦੇ ਰਸਤੇ 'ਤੇ ਚੱਲਣਾ, ਕਿਸੇ ਨਾਲ ਦੁਬਦਾ ਨਹੀਂ ਕਰਨੀ, ਕਿਸੇ ਨਾਲ ਈਰਖਾ ਨਹੀਂ ਕਰਨੀ, ਕਿਸੇ ਦੀ ਨਿੰਦਿਆ ਨਹੀਂ ਕਰਨੀ। ਅਤੇ ਫਿਰ ਉਹਦੇ ਪਿਛਲੇ ਅਵਗੁਣ ਜਿਹੜੇ ਬਖਸ਼ੇ ਜਾਂਦੇ ਆ, ਉਹਦਾ ਕਰਮ ਨਹੀਂ ਬਣਦਾ ਉਸ ਚੀਜ਼ ਦਾ। Guru Nanak's path is the path to union with God. And in this life, sometimes someone's mind can get taken by the five thieves.
and the five thieves can take control of their eyes, their ears, and their speech, the things they say, the things they listen to, and the things they watch. This accumulates karam, accumulates karma. In the true congregation, Vaheguru has given such a high esteem to the congregation. He resides there himself, and when he sees someone is in a true congregation, he forgives that person's past deeds.